ई मिशन पंजाबी। ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਪ੍ਰੋਗਰਾਮ ਖਬਰਸਾਰ ਵਿਸ਼ਲੇਸ਼ਣ ਦੇ ਵਿੱਚ ਤੁਹਾਡਾ ਸਵਾਗਤ ਹੈ। ਭਾਰਤ ਦੀ ਹੁਕਮਰਾਨ ਧਿਰ ਭਾਰਤੀ ਜਨਤਾ ਪਾਰਟੀ ਨੇ ਸੁਪਨਾ ਲਿਆ ਹੈ ਕਿ ਅਗਲੇ 30-40 ਸਾਲ ਉਹਨਾਂ ਦਾ ਭਾਵ ਕਿ ਦੇਸ਼ ਦੇ ਅੰਦਰ ਭਾਰਤੀ ਜਨਤਾ ਪਾਰਟੀ ਦਾ ਹੀ ਰਾਜ ਭਾਗ ਸਥਾਪਿਤ ਰਹੇਗਾ। ਇਸ ਤੋਂ ਪਹਿਲਾਂ ਰਾਜਾਂ ਦੀਆਂ ਕਈ ਸੱਤਾ ਧਿਰਾਂ ਨੇ ਵੀ ਅਜਿਹੇ ਸੁਪਨੇ ਲਏ ਸਨ। ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਵੀ 25 ਸਾਲ ਰਾਜ ਕਰਨ ਦਾ ਸੁਪਨਾ ਲਿਆ ਸੀ, ਪਰੰਤੂ ਲੋਕਾਂ ਨੇ 10 ਸਾਲ ਬਾਅਦ ਉਹਨਾਂ ਨੂੰ ਰਾਜ ਭਾਗ ਤੋਂ ਵਾਪਸ ਮੋੜ ਦਿੱਤਾ ਸੀ, ਬੇਰੰਗ ਕਰ ਦਿੱਤਾ ਸੀਗਾ। ਖੈਰ, ਸੁਪਨੇ ਲੈਣੇ, ਸੁਪਨੇ ਸਜਾਉਣੇ ਹਰੇਕ ਦਾ ਹੱਕ ਹੈ, ਅਧਿਕਾਰ ਹੈ, ਪਰੰਤੂ ਲੋਕਤੰਤਰ ਦੇ ਵਿੱਚ ਰਾਜ ਭਾਗ ਦੇਣਾ ਦਿਵਾਉਣਾ ਇਹ ਲੋਕਾਂ ਦਾ ਅਧਿਕਾਰ ਹੈ, ਲੋਕਾਂ ਦਾ ਹੱਕ ਹੈ ਕਿ ਕਿਸ ਪਾਰਟੀ ਨੂੰ ਜਾਂ ਕਿਸ ਉਮੀਦਵਾਰ ਨੂੰ ਰਾਜਗੱਦੀ ਸੌਂਪਣੀ ਹੈ ਤੇ ਕਿਸ ਪਾਰਟੀ ਤੋਂ ਇਹ ਰਾਜ ਭਾਗ ਖੋਹਣਾ ਹੈ। ਗੱਲ ਕਰ ਰਹੇ ਸੀ ਆਪਾਂ ਭਾਰਤੀ ਜਨਤਾ ਪਾਰਟੀ ਦੀ, ਜਿਸ ਦੀ ਕੱਲ੍ਹ ਹੈਦਰਾਬਾਦ ਦੇ ਵਿੱਚ ਕੌਮੀ ਕਾਰਜਕਾਰਨੀ ਦੀ ਅਹਿਮ ਬੈਠਕ ਸੀਗਾ ਤੇ ਉਸ ਬੈਠਕ ਦੇ ਅੰਤਮ ਸੈਸ਼ਨ ਦੇ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਤੇ ਭਾਜਪਾ ਦੇ ਕੌਮੀ ਆਗੂ ਅਮਿਤ ਸ਼ਾਹ ਹੋਰਾਂ ਨੇ ਤਕਰੀਰ ਦੌਰਾਨ ਆਖਿਆ ਹੈ ਕਿ ਭਾਰਤੀ ਜਨਤਾ ਪਾਰਟੀ ਅਗਲੇ 30-40 ਸਾਲ ਦੇਸ਼ ਦੇ ਅੰਦਰ ਰਾਜ ਕਰਨ ਵਾਲੀ ਹੈ। ਉਹਨਾਂ ਆਖਿਆ ਕਿ ਜਿੱਥੇ ਵੀ ਭਾਜਪਾ ਹਾਲੇ ਨਹੀਂ ਪਹੁੰਚੀ, ਅਗਲੇ ਸਮੇਂ ਉਹਨਾਂ ਰਾਜਾਂ ਦੇ ਵਿੱਚ ਵੀ ਭਾਜਪਾ ਦਾ ਰਾਜ ਭਾਗ ਸਥਾਪਿਤ ਹੋਣ ਵਾਲਾ ਹੈ। ਖੈਰ, ਇਸ ਕੌਮੀ ਕਾਰਜਕਾਰਨੀ ਦੀ ਜਿਹੜੀ ਇੱਕ ਵੱਡੀ ਗੱਲ ਸਾਹਮਣੇ ਆਈ ਹੈ ਕਿ ਭਾਜਪਾ ਨੇ ਸਿਆਸਤ ਦੇ ਵਿੱਚੋਂ, ਸਿਆਸੀ ਪਾਰਟੀਆਂ ਦੇ ਵਿੱਚੋਂ ਵੰਸ਼ਵਾਦ ਤੇ ਪਰਿਵਾਰਵਾਦ ਨੂੰ ਖਤਮ ਕਰਨ ਦਾ ਸੱਦਾ ਦਿੱਤਾ ਹੈ, ਕਿਉਂਕਿ ਪਰਿਵਾਰਵਾਦ ਦੇ ਨਾਲ ਹੀ ਦੇਸ਼ ਦੇ ਅੰਦਰ ਭ੍ਰਿਸ਼ਟਾਚਾਰ ਦਾ ਵੱਡਾ ਜਾਲ ਵਿਛ ਚੁੱਕਾ ਹੈ, ਜਿਸ ਤੋਂ ਭਾਰਤੀ ਲੋਕ ਹੁਣ ਵੱਡੀ ਨਿਜਾਤ ਚਾਹੁੰਦੇ ਹਨ। ਕੌਮੀ ਕਾਰਜਕਾਰਨੀ ਦੇ ਵਿੱਚ ਭਾਜਪਾ ਨੇ ਜਿਹੜਾ ਇੱਕ ਹੋਰ ਫੈਸਲਾ ਲਿਆ ਹੈ ਕਿ ਖਾਸ ਫਿਰਕਿਆਂ ਦੀ ਸਿਆਸਤ ਕਰਨ ਤੋਂ ਪਿੱਛੇ ਹਟਿਆ ਜਾਵੇ, ਭਾਵ ਕਿ ਦੇਸ਼ ਦੇ ਅੰਦਰ ਸਦਭਾਵਨਾ ਦਾ ਮਾਹੌਲ ਸਥਾਪਿਤ ਰਹਿ ਸਕੇ। ਖੈਰ, ਇਹ ਭਾਜਪਾ ਦੀਆਂ ਚੰਗੀਆਂ ਗੱਲਾਂ ਵੀ ਸਾਹਮਣੇ ਆਈਆਂ ਹਨ, ਪਰੰਤੂ ਜਿਹੜੀ ਇੱਕ ਵੱਡੀ ਚਿੰਤਾ ਵਾਲੀ ਗੱਲ ਹੈ ਕਿ ਜੇਕਰ ਭਾਰਤੀ ਜਨਤਾ ਪਾਰਟੀ, ਜਿਸ ਨੇ ਹੁਣ ਲਗਾਤਾਰ 7-8 ਸਾਲ ਰਾਜ ਭਾਗ ਹੰਢਾ ਵੀ ਲਿਆ ਹੈ ਤੇ 30-40 ਸਾਲ ਹੋਰ ਰਾਜ ਭਾਗ ਹੰਢਾਉਣ ਦਾ ਸੁਪਨਾ ਲਿਆ ਹੈ, ਤਾਂ ਉਸ ਦੇ ਵਿੱਚ ਕਿਸਾਨ ਧਿਰਾਂ ਨੂੰ ਅੱਖੋਂ ਪਰੋਖੇ ਕਰਕੇ ਅਜਿਹੇ ਸੁਪਨੇ ਨੂੰ ਕਿਵੇਂ ਸਾਕਾਰ ਕੀਤਾ ਜਾ ਸਕਦਾ ਹੈ, ਕਿਉਂਕਿ ਦੇਸ਼ ਦਾ ਕਿਸਾਨ ਇਸ ਵੇਲੇ ਕੇਂਦਰੀ ਸਰਕਾਰ ਤੋਂ ਕਾਫੀ ਨਾਰਾਜ਼ ਹੈ। 3 ਖੇਤੀ ਕਾਨੂੰਨਾਂ ਦੇ ਖਿਲਾਫ ਦੇਸ਼ ਦੇ ਕਿਸਾਨ ਨੂੰ, ਅੰਨਦਾਤੇ ਨੂੰ, ਕਿਰਤੀਆਂ ਨੂੰ ਕੇਂਦਰ ਸਰਕਾਰ ਦੇ ਖਿਲਾਫ ਇੱਕ ਵੱਡਾ ਸੰਘਰਸ਼ ਵਿੱਢਣਾ ਪਿਆ ਸੀਗਾ ਤੇ ਉਸ ਸੰਘਰਸ਼ ਦੌਰਾਨ ਭਾਵੇਂ 3 ਖੇਤੀ ਕਾਨੂੰਨ ਕੇਂਦਰ ਨੇ ਕਿਸਾਨਾਂ ਦੇ ਸੰਘਰਸ਼ ਅੱਗੇ ਗੋਡੇ ਟੇਕਦਿਆਂ ਵਾਪਸ ਲੈ ਲਏ, ਪਰੰਤੂ ਜਿਹੜੇ ਹੋਰ ਮਸਲੇ ਤੇ ਮੰਗਾਂ ਪੂਰੀਆਂ ਕਰਨ ਦੇ ਵਾਅਦੇ ਕੀਤੇ ਸਨ, ਉਹਨਾਂ ਤੋਂ ਕੇਂਦਰ ਸਰਕਾਰ ਹੁਣ ਘੇਸਲ ਵੱਟਦੀ ਹੋਈ ਪ੍ਰਤੀਤ ਹੋ ਰਹੀ ਹੈ, ਕਿਉਂਕਿ ਭਾਜਪਾ ਦੀ ਕੌਮੀ ਕਾਰਜਕਾਰਨੀ ਦੀ ਬੈਠਕ ਦੇ ਵਿੱਚ ਵੀ ਇਹ ਮੁੱਦਾ ਉਸ ਕਦਰ ਨਹੀਂ ਉੱਠਿਆ ਜਿਸ ਦੀ ਕਿ ਕਿਸਾਨ ਧਿਰਾਂ ਨੂੰ ਲੋੜ ਸੀ ਜਾਂ ਇੱਕ ਤਾਂਘ ਸੀ। ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਦੇ ਵਿੱਚ ਕਾਨੂੰਨੀ ਗਰੰਟੀ ਤੇ ਕਿਸਾਨ ਸੰਘਰਸ਼ ਦੌਰਾਨ ਜਿਨ੍ਹਾਂ ਕਿਸਾਨ ਜੁਝਾਰੂਆਂ ਉੱਤੇ ਪੁਲਿਸ ਕੇਸ ਦਰਜ ਹੋਏ ਸਨ, ਉਹ ਵਾਪਸ ਲੈਣ ਸਮੇਤ ਹੋਰ ਮੰਗਾਂ ਤੇ ਮਸਲਿਆਂ ਲਈ ਦੇਸ਼ ਦੀਆਂ ਕਿਸਾਨ ਯੂਨੀਅਨਾਂ, ਖਾਸ ਕਰਕੇ ਸੰਯੁਕਤ ਕਿਸਾਨ ਮੋਰਚੇ ਨੇ ਲੰਘੇ ਕੱਲ੍ਹ ਮਹਿਰੌਲੀ ਗਾਜ਼ੀਆਬਾਦ ਦੇ ਵਿੱਚ ਇੱਕ ਅਹਿਮ ਕੌਮੀ ਬੈਠਕ ਕਰਕੇ ਫੈਸਲਾ ਲਿਆ ਹੈ ਕਿ ਕੇਂਦਰ ਸਰਕਾਰ ਫਿਰ ਸੰਘਰਸ਼ ਦਾ ਬਿਗਲ ਵਜਾਇਆ ਜਾਵੇ, ਤਾਂ ਜੋ ਜਿਹੜੀਆਂ ਕਿਸਾਨ ਸੰਘਰਸ਼ ਦੀਆਂ ਰਹਿੰਦੀਆਂ ਮੰਗਾਂ ਹਨ ਉਹਨਾਂ ਦੀ ਪੂਰਤੀ ਹੋ ਸਕੇ। ਹੁਣ ਵੇਖਣਾ ਹੋਵੇਗਾ ਕਿ ਉਹਨਾਂ ਮੰਗਾਂ ਉੱਤੇ ਕੇਂਦਰ ਸਰਕਾਰ ਅਗਲੇ ਸਮੇਂ ਕਿਸ ਤਰ੍ਹਾਂ ਦਾ ਰੁਖ ਜਾਂ ਪੈਂਤੜਾ ਅਪਣਾਉਂਦੀ ਹੈ।
ਮਹਿਰੌਲੀ ਸੰਯੁਕਤ ਕਿਸਾਨ ਸੰਘਰਸ਼ ਦੀ ਹੋਈ ਬੈਠਕ ਸੰਬੰਧੀ ਸਾਨੂੰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸਟੇਟ ਜਨਰਲ ਸੈਕਟਰੀ ਤੇ ਸੰਯੁਕਤ ਕਿਸਾਨ ਮੋਰਚੇ ਦੇ ਕੌਮੀ ਆਗੂ ਸਰਦਾਰ ਜਗਮੋਹਨ ਸਿੰਘ ਉੱਪਲ ਫੋਨ ਜ਼ਰੀਏ ਜਾਣਕਾਰੀ ਦੇ ਰਹੇ ਹਨ। ਪਹਿਲਾਂ ਆਓ ਉਸ ਨੂੰ ਸੁਣੀਏ। ਕੱਲ ਸੰਯੁਕਤ ਕਿਸਾਨ ਮੋਰਚੇ ਦੀ ਦੇਸ਼ ਪੱਧਰੀ ਕੌਮੀ ਜਨਰਲ ਬੋਡੀ ਮਹਿਰੌਲੀ ਜ਼ਿਲ੍ਹਾ ਗਾਜ਼ੀਆਬਾਦ ਵਿੱਚ ਹੋਈ। ਇਹ ਇੱਕ 200 ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਸਨ ਇਸ ਵਿੱਚ ਅਤੇ 15 ਸੂਬਿਆਂ ਵਿੱਚੋਂ ਸਨ। ਇਸ ਵਿੱਚ ਜਿਹੜੇ ਪਿਛਲੇ ਸਮੇਂ 'ਚ ਕੁਝ ਤਰੇੜਾਂ ਆਈਆਂ ਸਨ ਸੰਯੁਕਤ ਕਿਸਾਨ ਮੋਰਚੇ 'ਚ, ਜਿਵੇਂ ਕਿ ਕੁਝ ਲੋਕਾਂ ਨੇ ਇੱਥੇ ਇਲੈਕਸ਼ਨ 'ਚ ਪਾਰਟੀਸਪੇਟ ਕੀਤਾ ਸੀ, ਉਹਨਾਂ ਤੋਂ ਗਲਤੀ ਮੰਨਦਿਆਂ ਹੋਇਆਂ ਇਹ ਨਹੀਂ ਕੋਈ ਮਾਫੀ ਮੰਗੀ ਗਈ ਹੈ। ਆਰਾਮ ਨਾਲ ਹੀ ਕਿ ਅੱਗੇ ਤੋਂ ਅਸੀਂ ਇਹੋ ਜਿਹੇ ਰਾਹ ਕਿਸਾਨ ਜਥੇਬੰਦੀ ਨੂੰ ਨਹੀਂ ਪਾਉਂਦੇ। ਕਿਸਾਨ ਜਥੇਬੰਦੀ ਤੋਂ ਵੱਖਰੇ ਹੋ ਕੇ ਕੋਈ ਕਰੇ ਤਾਂ ਬੇਸ਼ੱਕ ਕਰੇ, ਕਿਸਾਨਾਂ ਦੀ ਜਥੇਬੰਦੀ ਨਾਂ ਤੇ ਇਹ ਨਹੀਂ ਕੀਤਾ ਜਾਊਗਾ। ਉਹਨਾਂ ਨੂੰ ਸ਼ਾਮਲ ਕਰ ਲਿਆ ਗਿਆ। ਇਸ ਦੇ ਵਿੱਚ ਸੰਯੁਕਤ ਮੋਰਚਾ ਹੁਣ ਇੱਕ ਮੁੱਠ ਹੈ। ਉਹਨੇ ਅਗਲੇ ਪ੍ਰੋਗਰਾਮ ਦੇ ਦਿੱਤੇ ਨੇ। ਅਗਲੇ ਪ੍ਰੋਗਰਾਮ 18 ਤਰੀਕ ਨੂੰ ਜਦੋਂ ਹਾਕਮਾਂ ਨੇ ਪਾਰਲੀਮੈਂਟ ਸੈਸ਼ਨ ਸ਼ੁਰੂ ਕਰਨਾ ਹੈ ਉਸ ਦਿਨ ਤੋਂ ਸ਼ੁਰੂ ਹੋ ਜਾਊਗਾ। 18 ਤੋਂ ਲੈ ਕੇ 31 ਤੱਕ ਬੜੇ ਵੇਰੀਅਸ ਕਨਵੈਨਸ਼ਨਾਂ ਕਾਨਫਰੰਸਾਂ ਹਰ ਸ਼ਹਿਰ ਵਿੱਚ ਹੋਣਗੀਆਂ। ਪਰ 31 ਤਰੀਕ ਨੂੰ ਸ਼ਹੀਦ ਊਧਮ ਸਿੰਘ ਦੇ ਦਿਵਸ ਵਾਲੇ ਦਿਨ ਇੱਕ 4 ਘੰਟੇ ਦਾ ਰਸਤਾ ਰੋਕੋ ਹਰ ਸੂਬੇ 'ਚ ਹੋਏਗਾ। ਕਿਤੇ ਰੇਲ ਰੋਕੋ ਹੋਏਗਾ, ਕਿਤੇ ਬੱਸ ਸੜਕੀ ਆਵਾਜਾਈ ਰੋਕੋ ਹੋਊਗੀ। ਇਸ ਤੋਂ ਬਾਅਦ ਨਾਲ ਹੀ ਅਸੀਂ ਇੱਕ ਹਫ਼ਤਾ ਦਾ ਪੂਰਾ ਮਿਸ਼ਨ 7 ਤੋਂ 14 ਅਗਸਤ ਤੱਕ ਕਰਾਂਗੇ। ਜੈ ਜਵਾਨ ਜੈ ਕਿਸਾਨ ਸੰਮੇਲਨ ਹੋਵੇਗਾ, ਜਿਹਦੇ ਵਿੱਚ ਅਗਨੀਪਥ ਯੋਜਨਾ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ ਅਤੇ ਪੂਰੀ ਉਮਰ ਤੱਕ ਭਰਤੀ ਖੁੱਲ੍ਹੇਆਮ ਬਿਨਾਂ ਕਿਸੇ ਇਲਾਕੇ ਦੇ ਕੋਟੇ ਕੱਟ ਕੇ, ਕੌਮਾਂ ਦੇ ਕੋਟੇ ਕੱਟ ਕੇ ਰਾਜਸਥਾਨ, ਪੰਜਾਬ, ਉੱਤਰਾਖੰਡ ਨੂੰ ਜਿਹੜਾ ਵੱਡਾ ਧੱਕਾ ਲੱਗਾ ਉਹ ਵਾਪਸ ਲਿਆ ਜਾਵੇ, ਇਸ ਲਈ ਕੀਤਾ ਜਾਵੇਗਾ। ਅਤੇ ਉਸ ਤੋਂ ਬਾਅਦ ਜਿਹੜਾ ਸਾਡਾ ਪ੍ਰੋਗਰਾਮ ਲਖਮੀਰਪੁਰ ਖੀਰੀ ਦੇ ਵਿੱਚ ਜਿਹੜੀ ਇਸ ਬੀਜੇਪੀ ਦੀ ਕੁਰਸੀ ਦੇ ਬਰਾਜਮਾਨ ਹੈ ਮੰਤਰੀ ਤੇ ਮਿਸ਼ਰਾ ਟੋਨੀ, ਉਸ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰਨ ਦੀ ਡਿਮਾਂਡ ਕਰਤੇ। 18, 19, 20 ਤਿੰਨ ਦਿਨ ਦਾ 75 ਘੰਟੇ ਦਾ 2022 ਨੂੰ ਲਖਮੀਰਪੁਰ ਖੀਰੀ ਵਿੱਚ ਇੱਕ ਵੱਡਾ ਪੱਕਾ ਮੋਰਚਾ ਲੱਗੂਗਾ ਅਤੇ ਉਸ ਵਿੱਚ ਇਹ ਵੀ ਡਿਮਾਂਡ ਕੀਤੀ ਜਾਵੇਗੀ ਕਿ ਟੋਨੀ ਅਸਤੀਫਾ ਦੇਵੇ ਅਤੇ ਉਸ ਦੇ ਮੁੰਡੇ ਨੂੰ ਜੋ ਸਹੂਲਤਾਂ ਆਮ ਕੈਦੀਆਂ ਨਾਲੋਂ ਵੱਧ ਦਿੱਤੀਆਂ ਜਾਂਦੀਆਂ ਨੇ ਜੇਲ੍ਹ ਦੇ ਵਿੱਚ ਉਹ ਬੰਦ ਕੀਤੀਆਂ ਜਾਣ। ਇਹ ਸਾਡਾ ਸਪਸ਼ਟ ਰੂਪ ਦੇ ਵਿੱਚ ਪ੍ਰੈਕਟੀਕਲੀ MSP ਨੂੰ ਕਾਨੂੰਨੀ ਹੱਕ ਦਿਵਾਉਣ ਦੀ ਖਾਤਰ ਲਗਾਤਾਰ ਪ੍ਰੋਗਰਾਮ ਦਿੱਤੇ ਜਾਣ ਵਾਲਾ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਗਿਆ ਹੈ। ਸੋ ਤੁਸੀਂ ਸੁਣ ਹੀ ਲਿਆ ਹੈ ਕਿ ਕਿਵੇਂ ਕਿਸਾਨ ਧਿਰਾਂ ਕੇਂਦਰ ਸਰਕਾਰ ਤੋਂ ਔਖੀਆਂ ਹਨ। ਕੇਂਦਰ ਸਰਕਾਰ ਨੇ ਕਿਵੇਂ ਕਿਸਾਨਾਂ ਦੀਆਂ ਮੰਗਾਂ ਅਤੇ ਮਸਲਿਆਂ ਉੱਤੇ ਘੇਸਲ ਵੱਟੀ ਹੋਈ ਹੈ। ਹਾਲਾਂਕਿ ਕਿਸਾਨ ਸੰਘਰਸ਼ ਦੌਰਾਨ ਅਜਿਹੀਆਂ ਮੰਗਾਂ ਅਤੇ ਮਸਲਿਆਂ ਉੱਤੇ ਕਿਸਾਨ ਆਗੂਆਂ ਨਾਲ ਮਸਲੇ ਹੱਲ ਕਰਨ ਦਾ ਵਾਅਦਾ ਵੀ ਕੀਤਾ ਸੀਗਾ, ਪਰੰਤੂ ਹੁਣ ਇਹ ਸਰਕਾਰ ਵਾਅਦੇ ਤੋਂ ਮੁੱਕਰ ਰਹੀ ਹੈ ਤੇ ਅਜਿਹੇ ਦੇ ਖਿਲਾਫ ਆਖਰ ਸੰਯੁਕਤ ਕਿਸਾਨ ਮੋਰਚੇ ਨੇ ਫਿਰ ਆਪਣੇ ਮੋਢਿਆਂ ਤੇ ਡੰਗੋਰੀ ਰੱਖ ਲਈ ਹੈ। ਹੁਣ ਵੇਖਣਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਇਹਨਾਂ ਮੰਗਾਂ ਤੇ ਮਸਲਿਆਂ ਉੱਤੇ ਅਗਲੇ ਸਮੇਂ ਕੀ ਰੁਖ ਅਪਣਾਉਂਦੀ ਹੈ, ਕਿਉਂਕਿ ਦੇਸ਼ ਦੇ ਅੰਦਰ 2024 ਦੀਆਂ ਲੋਕ ਸਭਾ ਚੋਣਾਂ ਦਾ ਮੁੱਢ ਵੱਜ ਚੁੱਕਾ ਹੈ ਤੇ ਸਾਰੀਆਂ ਸਿਆਸੀ ਪਾਰਟੀਆਂ ਨੇ 24 ਦੀਆਂ ਚੋਣਾਂ ਲਈ ਤਿਆਰੀਆਂ ਕੱਸ ਲਈਆਂ ਹਨ, ਜਿਨ੍ਹਾਂ ਦੇ ਵਿੱਚ ਭਾਜਪਾ ਵੀ ਸ਼ਾਮਲ ਹੈ। ਹੁਣ ਇੱਕ ਪਾਸੇ ਫਿਰ ਕਿਸਾਨਾਂ ਦਾ ਸੰਘਰਸ਼ ਹੈ ਜਿਹੜਾ ਦੇਸ਼ ਭਰ ਦੇ ਵਿੱਚ ਮਗਨ ਵਾਲਾ ਹੈ ਤੇ ਦੂਜੇ ਬੰਨੇ ਕੇਂਦਰ ਸਰਕਾਰ ਹੈ। ਹੁਣ ਵੇਖਣਾ ਹੋਵੇਗਾ ਕਿ ਕੇਂਦਰ ਦੀ ਭਾਜਪਾ ਸਰਕਾਰ ਜਿਸ ਨੇ 30-40 ਸਾਲ ਰਾਜ ਕਰਨ ਦਾ ਸੁਪਨਾ ਲਿਆ ਹੈ, ਉਹ ਕਿਸਾਨਾਂ ਨੂੰ ਜੋੜ ਕੇ ਜਾਂ ਕਿਸਾਨਾਂ ਨੂੰ ਅਲੱਗ-ਥਲੱਗ ਕਰਕੇ ਪੂਰਾ ਕਰਨਾ ਚਾਹੁੰਦੀ ਹੈ। ਇਹ ਵੇਖਣ ਵਾਲੀ ਗੱਲ ਹੈ ਕਿ ਭਾਜਪਾ ਦੀ ਕਿਸਾਨ ਸੰਘਰਸ਼ ਦੇ ਸੰਦਰਭ ਦੇ ਵਿੱਚ ਅਗਲੀ ਰਣਨੀਤੀ ਜਾਂ ਰਾਜਨੀਤੀ ਕੀ ਹੋਵੇਗੀ। ਅੱਜ ਦੇ ਅਜਿਹੇ ਵਿਸ਼ਲੇਸ਼ਣ ਦੇ ਨਾਲ ਆਪਾਂ ਪ੍ਰੋਗਰਾਮ ਨੂੰ ਵਿਸ਼ਰਾਮ ਦਈਏ। ਧੰਨਵਾਦ। ਸਤਿ ਸ੍ਰੀ ਅਕਾਲ।